Good morning, students. Myself, Jitinder Singh, Science Master, Government Senior Secondary School, Karamgarh, District Barnala. Today, we are going to discuss the chapter number 13th. Chapter number 13th of class 7th, named Motion and Time. ਸੋ ਅੱਜ ਅਸੀਂ ਮੋਸ਼ਨ ਤੇ ਟਾਈਮ ਦਾ ਚੈਪਟਰ ਜੋ ਪੜ੍ਹਨ ਜਾ ਰਹੇ ਹਾਂ ਤੇ ਚੈਪਟਰ ਨੰਬਰ 13th ਕਲਾਸ 7th ਦਾ। ਇਸ ਦੇ ਵਿੱਚ ਅਸੀਂ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਆਲਰੇਡੀ ਲਾਸਟ ਈਅਰ ਦੇ ਵਿੱਚ ਤਾਂ ਅਸੀਂ 6th ਦੇ ਵਿੱਚ ਟਾਈਪਸ ਆਫ ਮੋਸ਼ਨ ਬਾਰੇ ਪੜ੍ਹਿਆ ਸੀਗਾ। ਤਾਂ ਉਹਦੇ 'ਚ ਕੀ ਸੀਗਾ ਸਾਡੇ ਕੋਲੇ ਸਟ੍ਰੇਟ ਲਾਈਨ ਮੋਸ਼ਨ ਸੀਗੀ, ਸਰਕੂਲਰ ਮੋਸ਼ਨ ਐਂਡ ਪੀਰੀਓਡਿਕ ਮੋਸ਼ਨਸ। ਲਓ ਲੈਟ ਅਸ ਰਿਵਾਈਜ਼ ਕਰ ਲਈਏ ਉਸ ਨੂੰ ਥੋੜ੍ਹਾ ਜਿਹਾ। ਤਾਂ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਫਸਟ ਇਸ ਇਮੋਸ਼ਨਸ ਦੀ ਟਾਈਪ ਦੇਖਾਂਗੇ ਜੋ ਸ਼ੋਲਜਰ ਨੇ that in a march past ਜਿਹੜੀ ਉਹਦੀ ਮੋਸ਼ਨ ਟਾਈਪ ਹੈ ਕਿਹੜੀ ਹੋਊਗੀ that is a straight line। ਇਸੇ ਤਰ੍ਹਾਂ ਬੁਲਕ ਕਾਰਟ ਮੂਵਿੰਗ ਔਨ ਅ ਸਟ੍ਰੇਟ ਰੋਡ ਦੇ ਉੱਪਰ ਇੱਕ ਬੁਲਕ ਕਾਰਟ ਮੂਵ ਕਰ ਰਿਹਾ, ਉਹਦੀ ਮੋਸ਼ਨ ਕਿਹੜੀ ਟਾਈਪ ਦੀ ਹੋਊਗੀ ਸਟ੍ਰੇਟ ਲਾਈਨ। ਐਂਡ ਹੈਂਡਸ ਆਫ ਅ ਐਥਲੀਟ ਇਨ ਅ ਰੇਸ ਰੇਸ ਦੇ ਵਿੱਚ ਜੋ ਹੈਂਡਸ ਨੇ ਸਾਡੇ ਉਹ ਕਿਸ ਵੇ ਨਾਲ ਮੂਵ ਕਰਦੇ ਨੇ that is a periodic motion। ਐਂਡ ਪੈਡਲਸ ਆਫ ਦਾ ਬਾਈਸਾਈਕਲ ਇਨ ਅ ਮੋਸ਼ਨ ਤੁਹਾਡੇ ਜਿਹੜੇ ਬਾਈਸਾਈਕਲ ਉਹਦੇ ਪੈਡਲਸ ਨੇ that is a circular motion। ਮੋਸ਼ਨ ਆਫ ਦਾ ਅਰਥ is also circular motion। motion of swing means peeing that is a periodic। and motion of pendulum ਤੁਹਾਨੂੰ ਪਤਾ ਹੀ ਹੈ it is also a periodic motion। ਤਾਂ ਤੁਸੀਂ motions ਬਾਰੇ ਜੋ ਲਾਸਟ ਅਸੀਂ ਪੜ੍ਹਿਆ ਸੀ ਉਹਦੇ ਬਾਰੇ ਸਮਝ ਗਏ ਹੋਵੋਗੇ। ਹੁਣ ਨੈਕਸਟ ਟੌਪਿਕ ਅਸੀਂ ਕਰਨ ਜਾ ਰਹੇ ਹਾਂ ਸਲੋ ਐਂਡ ਫਾਸਟ। ਸਲੋ ਮੀਨਸ ਹੌਲੀ, ਫਾਸਟ ਮੀਨਸ ਤੇਜ਼। ਸਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਵੀ ਕੋਈ ਆਬਜੈਕਟ ਫਾਸਟ ਮੂਵ ਕਰ ਰਿਹਾ ਜਾਂ ਕੋਈ ਆਬਜੈਕਟ ਕੀ ਹੈ ਸਲੋ ਮੂਵ ਕਰ ਰਿਹਾ। ਅਸੀਂ ਕਿਸ ਵੇ ਨਾਲ ਇਸ ਨੂੰ ਆਇਡੈਂਟੀਫਾਈ ਕਰਦੇ ਹਾਂ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਲੈਟ ਅਸ ਸੀ ਜਿੰਨੀ ਕੋਈ ਆਬਜੈਕਟ ਡਿਸਟੈਂਸ ਕਵਰਡ ਕਰਦਾ ਹੈ ਇਨ ਅ ਗਿਵਨ ਟਾਈਮ ਇੰਟਰਵਲ ਦੇ ਵਿੱਚ ਤਾਂ ਉਸ ਤੋਂ ਅਸੀਂ ਡਿਸਾਈਡ ਕਰ ਸਕਦੇ ਹਾਂ ਵੀ ਆਬਜੈਕਟ ਫਾਸਟ ਹੈ ਜਾਂ ਕੀ ਹੈ ਸਲੋ ਹੈ। ਤਾਂ ਉਸ ਤੋਂ ਬਾਅਦ ਇੱਕ ਹੋਰ ਟੌਪਿਕ ਹੈ ਉਸ ਨੂੰ ਅੱਗੇ ਤੁਹਾਨੂੰ ਸਮਝਾਉਣ ਲੱਗਿਆ। ਇਹਦੇ 'ਚ ਦੇਖੋ ਇੱਕ ਟਰਮ ਦਿੱਤੀ ਹੈ that is a ਸਪੀਡ ਤੋਂ ਵੀ ਸਾਨੂੰ ਪਤਾ ਲੱਗ ਜਾਂਦਾ ਵੀ ਕੋਈ ਆਬਜੈਕਟ ਫਾਸਟ ਮੂਵ ਕਰ ਰਿਹਾ ਜਾਂ ਸਲੋ ਮੂਵ ਕਰ ਰਿਹਾ। ਐਕਚੁਅਲੀ ਸਪੀਡ ਕੀ ਹੁੰਦੀ ਹੈ ਫਸਟ ਆਫ ਆਲ ਇਟਸ ਦੀ ਅਸੀਂ ਡੈਫੀਨੇਸ਼ਨ ਸਿੱਖਾਂਗੇ। ਸਪੀਡ ਕੀ ਹੁੰਦੀ ਹੈ ਦ ਡਿਸਟੈਂਸ ਕਵਰਡ ਬਾਈ ਐਨ ਆਬਜੈਕਟ ਇਨ ਅ ਯੂਨਿਟ ਟਾਈਮ ਐਜ਼ ਦਾ ਸਪੀਡ ਆਫ ਇਜ਼ ਕਾਲਡ ਦਾ ਸਪੀਡ ਆਫ ਦਾ ਆਬਜੈਕਟ। ਜਿੰਨੀ ਡਿਸਟੈਂਸ ਕੋਈ ਵੀ ਆਬਜੈਕਟ ਯੂਨਿਟ ਟਾਈਮ ਮੀਨਸ 1 ਆਵਰ 1 ਮਿੰਟ 1 ਸੈਕਿੰਡਸ ਦੇ ਵਿੱਚ ਕਵਰ ਕਰਦਾ ਹੈ ਉਸ ਨੂੰ ਅਸੀਂ ਕੀ ਕਹਿ ਦਿੰਦੇ ਹਾਂ ਉਸਦੀ ਸਪੀਡ ਕਹਿ ਦਿੰਦੇ ਹਾਂ। ਤਾਂ ਸਪੀਡ ਤੋਂ ਅਸੀਂ ਕਿਸ ਤਰ੍ਹਾਂ ਆਇਡੈਂਟੀਫਾਈ ਕਰਦੇ ਹਾਂ ਵੀ ਕੋਈ ਆਬਜੈਕਟ ਸਲੋ ਮੂਵ ਕਰਦਾ ਜਾਂ ਫਾਸਟ ਮੂਵ ਕਰਦਾ ਉਹਨੂੰ ਅਸੀਂ ਸਮਝਣ ਦੀ ਮੂਵ ਕਰਦੇ ਹਾਂ। ਲੈਟ ਅਸ ਸੀ ਥੀਸ ਕਾਰਸ ਆਰ ਮੂਵਿੰਗ ਔਨ ਦਾ ਰੋਡ। ਹੁਣ ਇਹ ਕਾਰਸ ਨੇ ਜੋ ਰੋਡ ਦੇ ਉੱਪਰ ਮੂਵ ਕਰ ਰਹੀਆਂ ਨੇ। ਲੈਟ ਅਸ ਅਸੀਂ ਐਨਜ਼ਿਊਮ ਕਰ ਲੈਂਦੇ ਹਾਂ ਵੀ ਟੇਕ ਦਿਸ green car and this white car। ਦੋਨੋਂ ਕਾਰਸ ਲੈਤੀਆਂ ਅਸੀਂ ਕੀ ਆਬਜ਼ਰਵ ਕਰਦੇ ਹਾਂ ਜੋ ਵਾਈਟ ਕਾਰ ਦੀ ਸਪੀਡ ਹੈ that is 40 ਕਿਲੋਮੀਟਰ। ਇਹ 40 ਕਿਲੋਮੀਟਰ ਡਿਸਟੈਂਸ ਕਵਰ ਕਰਦੀ ਹੈ ਇਨ 1 ਆਵਰਸ ਦੇ ਵਿੱਚ। ਐਂਡ ਦਿਸ ਕਵਰਸ 60 ਕਿਲੋਮੀਟਰ। ਇਹ 60 ਕਿਲੋਮੀਟਰ ਕਵਰ ਕਰਦੀ ਹੈ 1 ਆਵਰਸ ਦੇ ਵਿੱਚ ਗ੍ਰੀਨ ਵਾਲੀ। ਤਾਂ ਅਸੀਂ ਆਫਟਰ 1 ਆਵਰਸ ਕੀ ਵਾਚ ਕਰਦੇ ਹਾਂ ਹੁਣ ਇਹ ਗ੍ਰੀਨ ਕਲਰ ਵਾਲੀ ਅੱਗੇ ਆ ਗਈ ਤੇ ਵਾਈਟ ਵਾਲੀ ਕੀ ਹੈ ਪਿੱਛੇ ਚਲੀ ਗਈ। ਤਾਂ ਇਸ ਤੋਂ ਸਾਨੂੰ ਕੀ ਪਤਾ ਲੱਗਦਾ ਇਟ ਹੈਜ਼ ਅ ਮੋਰ ਸਪੀਡ। ਇਹਦੀ ਸਪੀਡ ਜ਼ਿਆਦਾ ਹੈ, ਇਹਦੀ ਸਪੀਡ ਕੀ ਹੈ ਲੈਸ ਹੈ। ਇਟ ਮੀਨਸ ਦਿਸ ਗ੍ਰੀਨ ਕਾਰ ਹੈ ਜਿਹੜੀ ਇਟ ਮੂਵਸ ਫਾਸਟ। ਇਹ ਫਾਸਟ ਮੂਵ ਕਰ ਰਹੀ ਹੈ। ਇਫ ਯੂਰ ਸਪੀਡ ਇਜ਼ ਮੋਰ ਦੈਨ ਦਾ ਆਬਜੈਕਟ ਇਜ਼ ਮੂਵਡ ਫਾਸਟ। ਜੇ ਕਿਸੇ ਦੇ ਆਬਜੈਕਟ ਦੀ ਸਪੀਡ ਲੈਸ ਹੋਊਗੀ ਤਾਂ ਆਬਜੈਕਟ ਸਲੋ ਮੂਵ ਕਰੂਗਾ। ਜਿਸ ਦੀ ਸਪੀਡ ਜ਼ਿਆਦਾ ਹੋਊਗੀ ਕਿੰਨੇ ਤਾਂ ਆਬਜੈਕਟ ਕੀ ਹੈ ਫਾਸਟਲੀ ਮੂਵ ਕਰੇਗਾ। ਨਾਓ ਕਮ ਔਨ ਦਾ ਨੈਕਸਟ ਟੌਪਿਕ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਸਪੀਡ ਹੈ ਜਿਹੜੀ ਸਾਡੇ ਕੋਲ 2 ਟਾਈਪਸ ਦੀ ਹੁੰਦੀ ਹੈ। 2 ਟਾਈਪਸ ਦੀ ਸਪੀਡਸ ਬਾਰੇ ਤੁਹਾਨੂੰ ਦੱਸਣ ਜਾ ਰਿਹਾ। ਵਨ ਇਜ਼ ਅ ਯੂਨੀਫਾਰਮ ਅਨਦਰ ਇਜ਼ ਅ ਨੋਨ ਯੂਨੀਫਾਰਮ। ਸੋ ਜੇ ਸਾਡੀ ਸਪੀਡ ਮੀਨਸ ਸੇਮ ਡਿਸਟੈਂਸ ਅਸੀਂ ਕਵਰ ਕਰਦੇ ਹਾਂ ਸੇਮ ਇੰਟਰਵਲ ਦੇ ਵਿੱਚ ਤਾਂ ਉਸਨੂੰ ਯੂਨੀਫਾਰਮ ਕਹਿ ਦਿੰਦੇ ਨੇ। ਤੇ ਜੇ ਡਿਸਟੈਂਸ ਸਾਡੀ ਅਲੱਗ-ਅਲੱਗ ਹੈ ਟਾਈਮ ਇੰਟਰਵਲ ਦੇ ਅਨੁਸਾਰ ਤਾਂ ਉਸਨੂੰ ਅਸੀਂ ਨੋਨ ਯੂਨੀਫਾਰਮ ਕਹਿ ਦਿੰਦੇ ਹਾਂ। ਹੁਣ ਦੇਖੋ ਸਪੀਡ ਕੀ ਹੈ ਸਾਡੀ ਥਰੂ ਆਊਟ ਦਾ ਜਰਨੀ ਕੌਂਸਟੈਂਟ ਨਹੀਂ ਰਹਿੰਦੀ। ਕੌਂਸਟੈਂਟ ਮੀਨਸ ਅਸੀਂ ਕੌਂਸਟੈਂਟਲੀ ਮੂਵ ਨਹੀਂ ਕਰਦੇ। ਕਦੇ ਬ੍ਰੇਕਸ ਆ ਜਾਂਦੇ ਨੇ ਸਾਡੇ ਅੱਗੇ ਕੋਈ ਵਹੀਕਲ ਜਾਂਦਾ ਸਾਡੀ ਸਪੀਡ ਘੱਟ ਜਾਂਦੀ ਹੈ, ਕਦੇ ਸਪੀਡ ਕੀ ਹੋ ਜਾਂਦੀ ਹੈ ਵੱਧ ਜਾਂਦੀ ਹੈ। ਇਕੁਅਲ ਡਿਸਟੈਂਸ ਅਸੀਂ ਨਹੀਂ ਕਵਰ ਕਰਦੇ ਸੇਮ ਇੰਟਰਵਲ ਆਫ ਟਾਈਮ ਦੇ ਵਿੱਚ ਤਾਂ ਉਹਦੇ ਲਈ ਫਿਰ ਅਸੀਂ ਕੀ ਕਰਦੇ ਹਾਂ ਅਸੀਂ ਟਰਮ ਯੂਜ਼ ਕਰਦੇ ਹਾਂ ਐਵਰੇਜ ਸਪੀਡ। ਕਿਹੜੀ ਟਰਮ ਯੂਜ਼ ਕਰਾਂਗੇ ਐਵਰੇਜ ਸਪੀਡ। ਤਾਂ ਸਪੀਡ ਕੀ ਹੁੰਦੀ ਹੈ ਜੀ ਆਪਣੇ ਕੋਲ ਐਵਰੇਜ ਸਪੀਡ ਦਾ ਕੀ ਫਾਰਮੂਲਾ ਸਾਡੇ ਕੋਲੇ ਤਾਂ ਜਿੰਨੀ ਅਸੀਂ ਡਿਸਟੈਂਸ ਕਵਰ ਕਰਦੇ ਹਾਂ ਉਸ ਨੂੰ ਅਸੀਂ ਜਿੰਨਾ ਸਾਡਾ ਟਾਈਮ ਲੱਗੇ ਉਸ ਦੇ ਨਾਲ ਡਿਵਾਈਡ ਕਰ ਲੈਂਦੇ ਹਾਂ ਵੀ ਗੈਟ ਦਾ ਸਪੀਡ ਆਫ ਦਾ ਆਬਜੈਕਟ। ਤਾਂ ਜਿੰਨੀ ਡਿਸਟੈਂਸ ਅਸੀਂ ਕਵਰ ਕਰਦੇ ਹਾਂ ਮੰਨ ਲਓ ਅਸੀਂ 100 ਕਿਲੋਮੀਟਰ ਦੀ ਡਿਸਟੈਂਸ ਕਵਰ ਕੀਤੀ ਇਨ 2 ਆਵਰਸ ਤਾਂ 1 ਆਵਰਸ ਦੇ ਵਿੱਚ ਕਿੰਨੀ ਹੈਗੀ 50 ਕਿਲੋਮੀਟਰ। ਤਾਂ ਸਾਡੀ ਸਪੀਡ ਕਿੰਨੀ ਹੋਗੀ ਐਵਰੇਜ ਸਪੀਡ ਕਿੰਨੀ ਹੋਗੀ 50 ਕਿਲੋਮੀਟਰ ਪਰ ਆਰ। ਤਾਂ ਨੈਕਸਟ ਹੈ ਸਾਡੇ ਕੋਲੇ ਜੀ ਯੂਨੀਫਾਰਮ ਐਂਡ
यूनीफॉर्म एंड नॉन यूनीफॉर्म मोशन मैं तुहानूं पहलां भी दस के हटिया भी जे कोई बॉडी स्ट्रेट लाइन दे विच मूव कर रही है तो जिहड़ी उहदी कहने अपने को स्पीड है वो चेंज होंदी रहिंदी है तो उहदी मोशन की होगी नॉन यूनीफॉर्म। जे उहदी स्पीड कॉन्सटेंट रहिंदी है कॉन्सटेंट स्पीड नाल कोई बॉडी मूव करती है तो उस मोशन नूं असीं की कहने आ यूनीफॉर्म मोशन। जे कॉन्सटेंट नहीं रहिंदी चेंज होंदी है दैन इट्स कॉल्ड नॉन यूनीफॉर्म मोशन। नाउ नैक्सट आने आपां अगले टॉपिक के उपर दैट इज़ मैजरमेंट ऑफ टाइम नूं मैजर असीं किवें करदे हां। ये कुछ ਸਾਡੇ ਕੋਲੇ ਇਕਵਿਪਮੈਂਟਸ ਦਿੱਤੇ ਨੇ ਜੋ ਅੱਜ ਕੱਲ੍ਹ ਸਾਡੇ ਕੋਲੇ ਮੌਜੂਦ ਨੇ ਜਿਨ੍ਹਾਂ ਨਾਲ ਸਾਨੂੰ ਟਾਈਮ ਦਾ ਪਤਾ ਲੱਗਦਾ ਜਿਵੇਂ ਬਾਲ ਕਲੌਕ ਟੇਬਲ ਕਲੌਕ ਐਂਡ ਡਿਜੀਟਲ ਕਲੌਕਸ। ਇਸ ਤੋਂ ਇਲਾਵਾ ਜੋ 올ਡ ਡੇ ਸੀ ਪੁਰਾਣੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਕੀਤਾ ਜਾਂਦਾ ਸੀਗਾ ਵੱਖ-ਵੱਖ ਕਹਿੰਦੇ ਨੇ ਪਰਪਸ ਯੂਜ਼ ਕੀਤੇ ਜਾਂਦੇ ਸੀ ਟਾਈਮ ਮੈਜਰ ਕਰਨ ਲਈ। ਉਹਦੇ ਵਿੱਚ ਅਸੀਂ ਸਨਰਾਈਜ਼ 'ਤੇ ਦੇਖ ਕੇ ਪਤਾ ਕੀਤਾ ਜਾਂਦਾ ਸੀਗਾ ਵੀ ਡੇ ਸਾਡਾ ਸਟਾਰਟ ਹੋ ਗਿਆ ਅਤੇ ਸਨਸੈਟ ਨਾਲ ਕੀ ਹੈ ਡੇ ਦੀ ਐਂਡਿੰਗ ਹੋ ਜਾਂਦੀ ਸੀਗੀ ਨੈਕਸਟ ਡੇ ਸਨਸੈਟ ਤੱਕ ਨੂੰ ਕੋਈ 1 ਡੇ ਕੰਸੀਡਰ ਕਰਦੇ ਸੀ। ਇਸੇ ਤਰ੍ਹਾਂ ਈਅਰਸ ਨੂੰ ਅਸੀਂ अर्थ ਦੇ 1 ਰੈਵੋਲੂਸ਼ਨ ਨਾਲ ਕੰਪਲੀਟ ਕਰਦੇ ਸੀਗੇ। ਕਲੌਕਸ ਐਂਡ ਵਾਚਸ ਤਾਂ ਨਾਓ ਡੇਜ਼ ਦੇ ਵਿੱਚ ਅੱਜ ਕੱਲ੍ਹ ਸਾਡੇ ਕੋਲ ਯੂਜ਼ ਹੋ ਗਈਆਂ ਤਾਂ ਅੱਜ ਕੱਲ੍ਹ ਅਸੀਂ ਇਹਨਾਂ ਨਾਲ ਕੀ ਯੂਜ਼ ਕਰਦੇ ਹਾਂ। ਨਾ ਹੁਣ ਅਸੀਂ ਇੱਕ ਟੌਪਿਕ ਅੱਗੇ ਹੋਰ ਪੜ੍ਹਾਂਗੇ दैट इज़ अ वेरी इंपॉर्टेंट वन वट वी कॉल दिस ये जो इनू की कहना है इट इज़ कॉल्ड सिंपल पेंडुलम। इट इज़ कॉल्ड सिंपल पेंडुलम। हुण सिंपल पेंडुलम दे विच की हुंदा देखो मैटैलिक बॉब नीचे लग्या एक गोला जिहा लगाया इट इज़ कॉल्ड बॉब। इनू की कहंदे आ पेंडुलम दा बॉब। इसनूं बिल्कुल भी तुसीं मीनस कन्फ्यूज़ नहीं होना इसनूं बॉब कहंदे ने। बॉब नूं असीं एक थ्रैड दे नाल ला के उपर की कीता टाई अप कीता है उपर बन्ने है तो इस सारी टर्म नूं असीं की बोलांगे पेंडुलम। हुण पेंडुलम दे विच कुछ टर्म्स ने उन्हां नूं असीं समझण दी कोशिश करदे हां वन बाय वन। फस्ट ऑफ ऑल असीं समझांगे जी अपने कोले एक वन ऑक्सीलेशन की हुंदा है। वन ऑक्सीलेशन लुक एट दिस ये ऑक्सीलेशन लिखा ना वन ऑक्सीलेशन की हुंदा है। सपोज वी रिलीज द बॉब फ्रॉम हेयर ए तो असीं इसनूं छड्डिया इट गोज टू बी एंड अगेन रीचज एट ए। सो ए वाली डिस्टेंस ए एक कंप्लीट जो इन्हें इन्नी डिस्टेंस कवर की है दिस इज कॉल्ड वन ऑक्सीलेशन। अनदर वे नाल होर वे नाल देखते हैं लेट अस वी स्टार्ट फ्रॉम ओ तो असी स्टार्ट किया वी रीच एट ए आफ्टर ए वी अगेन मूव टू बी फिर चले गए बी तो असी फिर कित्थे आ गए ओ ते आ गए वी स्टार्ट फ्रॉम ओ एंड अगेन कम बैक एट ओ तो की है वन रेवोल्यूशन इसकी की है कंप्लीट होगी। दिस इज कॉल्ड वन रेवोल्यूशन और ऑक्सीलेशन इनू कहते हैं आप वन ऑक्सीलेशन। तो जी मोशन है टू एंड फ्रो मोशन है दैट इज कॉल्ड ऑक्सीलेटरी मोशन। सो ये तो तुहानूं ऑक्सीलेशन का सीगा। नाउ हुण वन ऑक्सीलेशन कंप्लीट करन लई मान लो इत्थों स्टार्ट होया पे तो बी ते गए बी तो फिर वापस आए वन ऑक्सीलेशन कंप्लीट करनी जिन्ना टाइम साडा लग्या दैट इज कॉल्ड टाइम पीरियड। ठीक है तो टाइम पीरियड की होंदा है द टाइम टेकन बाय द पेंडुलम टू कंप्लीट one oscillation is called time period. I hope you will understand this. Now come on the next topic. Next are the units of time and speed. Time ਤੇ speed ਦੀਆਂ units ਕੀ ਨੇ? First of all look at this. ਇਸ ਨੂੰ ਲਰਨ ਕਰ ਲਿਓ ਬੜਾ ਇੰਪੋਰਟੈਂਟ ਕੁਐਸਚਨ ਹੈ। ਜਿਹੜੀ ਬੇਸਿਕ ਯੂਨਿਟ ਹੈ ਟਾਈਮ ਦੀ that is a second. SI ਯੂਨਿਟ ਕਹਿ ਲਓ ਬੇਸਿਕ ਯੂਨਿਟ ਕਹਿ ਲਓ ਟਾਈਮ ਦੀ that is a second। ਇਸ ਨੂੰ ਅਸੀਂ ਜਦੋਂ ਲਿਖਣਾ ਹੈ ਤਾਂ ਰਿਟਨ ਦੇ ਟਾਈਮ ਇਸ ਨੂੰ ਅਸੀਂ ਸਮਾਲ s ਨਾਲ ਲਿਖਦੇ ਹਾਂ। सिंबल असी यूज़ किया दैट इज़ रिटन विद स्मॉल एस। तो इस तो बाद इस होर यूनिट्स किहड़ियां ने अदर यूनिट्स ने जो टाइम दिया दैट इज़ मिनट्स एंड आवर्स। इस तो इलावा डिस्टेंस ओवर टाइम नूं जे असीं फाइंड करांगे तो बेसिक यूनिट जो स्पीड दी है दैट इज़ मीटर पर सैकेंड। बड़ा इंपॉर्टेंट क्वेश्चन है ये पूछा जाता बट इहदा बेसिक यूनिट ऑफ और SI यूनिट ऑफ स्पीड दैट इज़ मीटर पर सैकेंड। ये वाली देखो M/S मीटर पर second। other units higher units that is kilometer per hour but the SI unit of the speed is meter per second। you will understand this। now come on to the next topic। our next topic is ਹੁਣ ਜਦੋਂ ਵੀ ਅਸੀਂ ਇਸ ਨੂੰ ਲਿਖਣਾ ਹੈ ਜਦੋਂ ਵੀ ਇਸ ਨੂੰ ਸਪੀਡ ਦੇ ਵਿੱਚ ਜਦੋਂ ਐਡ ਕਰਨਾ ਹੈ ਤਾਂ ਇਸ ਲਈ ਬੜਾ ਧਿਆਨ ਨਾਲ ਰੱਖਣਾ ਹੈ ਕਿ ਅੱਜ ਦੇ ਦਿਨਾਂ ਦੇ ਵਿੱਚ ਅਸੀਂ ਲਿਮਿਟ ਕਹਿੰਦੇ ਨੇ ਜੋ ਆਪਣੇ ਕੋਲ ਕਿਹਦੀ ਆਪਾਂ ਵੀ जो भी कोई यूनिट है वो बड़े ढंग नाल यूज़ करनी है। ये नहीं हैगा भी तुसीं उदां ही यूज़ करी चलो भी हरेक यूनिट जां तुसीं आपां ज़्यादा टाइम ਲਈ सैकेंड यूज़ कर लांगे जां छोटे टाइम ਲਈ आपां कहंदे ने आवर्स ਦੇ ਵਿੱਚ ਮੈਜਰ ਕਰ ਲਈਏ सो दैट इज़ अ रॉन्ग थिंग। सो ਜਦੋਂ ਵੀ ਤੁਸੀਂ ਕਦੇ ਇਸ ਨੂੰ ਮੈਜਰ ਕਰਨਾ ਤਾਂ ਪ੍ਰੋਪਰ ਯੂਨਿਟ ਕੀ ਹੈ ਯੂਜ਼ ਕਰਨੀ ਹੈ। ਨਾਓ ਨੈਕਸਟ ਟੌਪਿਕ ਅਸੀਂ ਕਰਨ ਜਾ ਰਹੇ ਹਾਂ। ਨੈਕਸਟ ਟੌਪਿਕ ਇਜ਼ हैगा अपने को मैजरिंग ऑफ स्पीड। तो स्पीड ਦੇ ਵਿੱਚ ਅਸੀਂ ਦੇਖਦੇ ਹਾਂ ਇਹ ਮੈਜਰਿੰਗ ऑफ स्पीड करना स्पीड ਨੂੰ ਅਸੀਂ ਕਿਸ ਵੇ ਨਾਲ ਮੈਜਰ ਕਰਦੇ ਹਾਂ किस वे नाल असीं वो करते हैं तो वो असीं अगे पढ़ने की कोशिश करते हैं स्पीड नूं किस वे नाल मैजर करना है। तो फस्ट ऑफ ऑल ये कुछ ओल्ड समय ओल्ड टाइम्स दे विच
ਦਿੱਤੇ ਨੇ ਵੀ ਕਿਸ ਤਰ੍ਹਾਂ ਅਸੀਂ ਟਾਈਮ ਨੂੰ ਮੈਜਰ ਕਰਦੇ ਸੀਗੇ। ਵਨ ਇਜ਼ ਦਿਸ ਸਨ ਡਾਇਲ, ਸੂਰਜ ਦੇ ਨਾਲ ਅਸੀਂ ਯੂਜ਼ ਕਰਦੇ ਸੀਗੇ ਉਸਦੀ ਪਰਛਾਵਾਂ ਦੇਖ ਕੇ, ਦੈਟ ਇਜ਼ ਯੰਤਰ ਮੰਤਰਾ ਦੇ ਵਿੱਚ ਬਣਿਆ। ਐਨਦਰ ਇਜ਼ ਆ ਸੈਂਡ ਕਲੌਕ, ਇਹ ਪਿਕਚਰ ਸੈਂਡ ਕਲੌਕ ਦੀ ਹੈ ਕਿਸ ਤਰ੍ਹਾਂ ਦੀ ਚਿਹਰੇ 'ਤੇ, ਇਹ ਪਿਕਚਰ ਕਿਹਦੀ ਹੈ ਵਾਟਰ ਕਲੌਕ ਦੀ ਹੈ। ਤਾਂ ਹੁਣ ਅਸੀਂ ਨੈਕਸਟ ਕਰਨ ਜਾ ਰਹੇ ਹਾਂ ਵੀ ਜੇ ਅਸੀਂ ਦੋ ਡਿਸਟੈਂਸ, ਇੱਕ ਗੱਲ ਯਾਦ ਰੱਖਣੀ ਹੈ ਤੁਸੀਂ, ਕਿਸੇ ਦੋ ਪੁਆਇੰਟਸ ਦੇ ਵਿੱਚ ਜੋ ਡਿਸਟੈਂਸ ਹੈ ਉਸ ਨੂੰ ਅਸੀਂ ਕਿਸ ਵੇ ਦੇ ਨਾਲ ਮੈਜਰ ਕਰਨਾ ਹੈ, ਤਾਂ ਉਹਦੇ ਅਲੱਗ-ਅਲੱਗ ਵੇਜ਼ ਨੇ। ਅਸੀਂ ਕਿਵੇਂ ਮੈਜਰ ਕਰਦੇ ਹਾਂ, ਜਿਹੜੀਆਂ ਲੌਂਗ ਡਿਸਟੈਂਸ ਨੇ ਉਹਨਾਂ ਨੂੰ ਅਸੀਂ ਕਿਲੋਮੀਟਰਸ ਦੇ ਵਿੱਚ ਮੈਜਰ ਕਰਦੇ, ਜਿਹੜੀਆਂ ਸਮਾਲ ਡਿਸਟੈਂਸ ਨੇ ਉਹਨਾਂ ਨੂੰ ਅਸੀਂ ਮੀਟਰ ਔਰ ਸੈਂਟੀਮੀਟਰਸ ਦੇ ਵਿੱਚ ਮੈਜਰ ਕਰਦੇ ਹਾਂ, ਉਸ ਨੂੰ ਅਸੀਂ ਮਾਪਦੇ ਹਾਂ। ਤਾਂ ਇਹ ਬੜਾ ਧਿਆਨ ਰੱਖਣਾ ਤੁਸੀਂ ਵੀ ਜੇ ਹੁਣ ਮੰਨ ਲਓ ਵੀ ਆਪਣੇ ਕੋਲੇ 2 ਸਿਟੀਜ਼ ਨੇ, ਤਾਂ 2 ਸਿਟੀਜ਼ ਨੂੰ ਅਸੀਂ ਕਾਹਦੇ ਵਿੱਚ ਮਾਪਾਂਗੇ, ਦੈਟ ਇਜ਼ ਮੈਜਰਮੈਂਟ ਇਨ ਕਿਲੋਮੀਟਰਸ। ਹੁਣ ਜੇ ਅਸੀਂ ਬਿਟਵੀਨ 2 ਡਾਟਸ ਦੇ ਵਿੱਚ ਅਸੀਂ ਡਿਸਟੈਂਸ ਕਵਰ ਕਰਦੇ ਹਾਂ ਜਾਂ ਅਸੀਂ ਕਲੌਕ ਦੀ ਮੈਜਰਮੈਂਟ ਕਰਨੇ ਆ, ਦੈਟ ਇਜ਼ ਮੈਜਰ ਇਨ ਮੀਟਰਸ ਨਾਟ ਇਨ ਕਿਲੋਮੀਟਰਸ ਔਰ ਸੈਂਟੀਮੀਟਰ। ਜੇ ਅਸੀਂ ਕੋਈ ਆਪਣੀ ਬੁੱਕ ਦੇ ਉੱਪਰ ਕੋਈ ਲਾਈਨ ਮੈਜਰਮੈਂਟ ਕਰ ਰਹੇ ਹਾਂ ਜਾਂ ਬੁੱਕ ਦੀ ਸਾਈਜ਼ ਮੈਜਰਮੈਂਟ ਕਰ ਰਹੇ ਹਾਂ ਤਾਂ ਵੀ ਕੈਨ ਯੂਜ਼ ਦਾ ਸੈਂਟੀਮੀਟਰ ਯੂਨਿਟ। ਸੋ ਇਹ ਤੁਸੀਂ ਯਾਦ ਰੱਖਣਾ ਹੈ ਵੀ ਅਸੀਂ ਕਦੇ ਵੀ ਜੋ ਆਪਣੇ ਕੋਲੇ ਯੂਨਿਟਸ ਨੇ ਉਹ ਅਲੱਗ-ਅਲੱਗ ਕੀ ਹੈ, ਮੰਤਵ ਨਾਲ ਅਲੱਗ-ਅਲੱਗ ਕੀ ਨੇ, ਮਾਪਣੀਆਂ ਨੇ। ਤਾਂ ਹੁਣ ਗੱਲ ਸਪੀਡ ਦੀ ਮੈਜਰਮੈਂਟ 'ਤੇ ਆ ਰਹੀ ਹੈ। ਤਾਂ ਸਪੀਡ ਨੂੰ ਅਸੀਂ ਕੀ ਦੇਖਦੇ ਹਾਂ, ਤੁਸੀਂ ਅਕਸਰ ਦੇਖਿਓ ਸਪੀਡ ਟਾਈਮ ਟੇਕਨ ਕੀ ਦੇ ਕਰੋਗੇ, ਡਿਸਟੈਂਸ ਓਵਰ ਟਾਈਮ। ਇਹ ਫਾਰਮੂਲੇ ਤੋਂ ਅਸੀਂ ਡਿਸਟੈਂਸ ਵੀ ਫਾਈਂਡ ਕਰ ਸਕਦੇ ਹਾਂ ਅਤੇ ਸਪੀਡ ਵੀ ਫਾਈਂਡ ਕਰ ਸਕਦੇ ਹਾਂ। ਅੱਗੇ ਨਿਊਮੈਰੀਕਲਸ ਦੇ ਵਿੱਚ ਸਿੱਖਾਂਗੇ ਆਪਾਂ ਕਿਸ ਤਰ੍ਹਾਂ ਇਸ ਨੂੰ ਫਾਈਂਡ ਕਰਦੇ ਹਾਂ। ਹੁਣ ਇਹਦੇ 'ਚ ਕੁਝ ਕੁ ਸਪੀਡ ਦਿੱਤੀ ਹੋਈ ਨੇ ਸਾਨੂੰ, ਇੱਕ ਰੋਕਟ ਦੀ ਸਪੀਡ ਦਿੱਤੀ ਹੈ, ਰੋਕਟ ਜੋ ਅਰਥ ਦੇ ਉੱਪਰ ਛੱਡਿਆ ਜਾਂਦਾ ਹੈ, ਜੋ ਸੈਟਲਾਈਟਸ ਵਗੈਰਾ ਲਾਂਚ ਕਰਨ ਲਈ ਯੂਜ਼ ਕਰਦੇ ਹਾਂ ਅਸੀਂ, ਤਾਂ ਉਹਦੀ ਸਪੀਡ ਹੈ ਜਿਹੜੀ 8 ਕਿਲੋਮੀਟਰ ਪਰ ਸੈਕਿੰਡ, 1 ਸੈਕਿੰਡ ਦੇ ਵਿੱਚ ਉਹ 8 ਕਿਲੋਮੀਟਰ ਡਿਸਟੈਂਸ ਕਵਰ ਕਰਦਾ ਹੈ। ਦੂਸਰੀ ਸਾਈਡ ਟਾਰਟੋਇਸ ਦਿੱਤਾ ਹੈ, ਉਹ ਜੋ 8 ਸੈਂਟੀਮੀਟਰ 1 ਸੈਕਿੰਡ ਦੇ ਵਿੱਚ ਕੀ ਹੈ ਆਪਣੇ ਕੋਲ ਕਵਰ ਕਰਦਾ। ਤਾਂ ਦੋਨਾਂ ਦੇ ਵਿੱਚੋਂ ਜੇ ਅਸੀਂ ਦੇਖਦੇ ਹਾਂ ਤਾਂ ਵਿਚ ਵਨ ਮੂਵਜ਼ ਫਾਸਟ, ਇਟ ਮੀਨ ਜਿਹੜਾ ਰੋਕਟ ਹੈ ਦੈਟ ਇਜ਼ ਫਾਸਟਲੀ ਮੂਵ ਕਰਦਾ ਐਜ਼ ਕੰਪੇਅਰ ਟੂ ਟਾਰਟੋਇਸ ਦੇ। ਤਾਂ ਰੋਕਟ ਕੀ ਹੈ, ਫਾਸਟਲੀ ਮੂਵ ਕਰਦਾ। ਹੁਣ ਅਸੀਂ ਇੱਕ ਹੋਰ ਚੀਜ਼ ਤੁਹਾਨੂੰ ਦੱਸ ਰਹੇ ਹਾਂ ਵੀ ਇਹਨੂੰ ਮੈਜਰਮੈਂਟ ਕਰਨ ਲਈ ਅਸੀਂ ਸਪੀਡ ਨੂੰ ਵੱਖ-ਵੱਖ ਚੀਜ਼ ਯੂਜ਼ ਕਰਦੇ ਹਾਂ। ਤਾਂ ਇੱਕ ਇੱਥੇ ਟਰਮ ਲਿਖੀ ਹੈ ਸਪੀਡੋਮੀਟਰ। ਸਾਡੇ ਵਹੀਕਲਸ ਨੇ ਉਹਨਾਂ ਦੇ ਵਿੱਚ ਸਪੀਡੋਮੀਟਰ ਲੱਗਿਆ ਹੁੰਦਾ ਹੈ, ਤਾਂ ਉਹ ਕਦ ਲਈ ਵਰਤਿਆ ਜਾਂਦਾ ਹੈ, ਟੂ ਮੈਜਰ ਦਾ ਸਪੀਡ ਆਫ ਐਨ ਆਬਜੈਕਟ ਡਾਇਰੈਕਟਲੀ। ਤਾਂ ਇਹ ਵੇਲੇ ਦੇਖੋ ਇਹ ਕੁਝ ਪਿਕਚਰਸ ਨੇ, ਇਹ ਦੋਨੋਂ ਪਿਕਚਰਸ ਕਿਹਦੀਆਂ ਨੇ, ਸਪੀਡੋਮੀਟਰ ਦੀਆਂ। ਸਪੀਡੋਮੀਟਰ ਦੇ ਉੱਪਰ ਦੇਖੋ 20, 40, 60, 80, ਇਹ ਤੁਹਾਡੇ ਕੋਲ ਸਪੀਡ ਲਿਮਿਟ ਦਿੱਤੀ ਹੈ, ਸਪੀਡ ਦੇ ਵੱਖ-ਵੱਖ ਮੈਂਸ਼ਨਸ ਲਾਏ ਨੇ। ਤਾਂ ਇੱਥੋਂ ਸਾਨੂੰ ਪਤਾ ਲੱਗ ਜਾਂਦਾ ਵੀ ਸਾਡੀ ਆਮ ਤੌਰ 'ਤੇ ਅਸੀਂ ਮੋਟਰਸਾਈਕਲਸ, ਕਾਰਾਂ ਅਤੇ ਸਕੂਟਰਸ ਦੇ ਵਿੱਚ, ਸਾਡੇ ਹੋਰ ਵਹੀਕਲਸ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਬੱਸਿਸ ਦੇ ਵਿੱਚ ਇਹ ਫਿੱਟ ਕੀਤੇ ਹੁੰਦੇ ਨੇ, ਦੈਟ ਇਜ਼ ਕਾਲਡ ਸਪੀਡੋਮੀਟਰ। ਤਾਂ ਇਹਦੇ ਨਾਲ ਸਾਨੂੰ ਇੰਨਾ ਕੁ ਪਤਾ ਲੱਗ ਜਾਂਦਾ ਹੈ ਵੀ ਜਿਹੜੀ ਸਾਡੀ ਬੋਡੀ ਹੈ ਜੋ ਅਸੀਂ ਮੂਵ ਕਰ ਰਹੀ ਹੈ ਉਸ ਦੀ ਸਪੀਡ ਕਿੰਨੀ ਹੈ। ਜਿਵੇਂ ਅਸੀਂ 80 ਆ ਗਿਆ ਅਤੇ ਇਹਦੇ ਐਂਡ 'ਤੇ ਦੇਖੋ ਕਿਲੋਮੀਟਰ ਪਰ ਆਵਰ ਲਿਖਿਆ ਹੈ, ਤਾਂ ਸਪੀਡ ਦੱਸਦਾ ਜੇ ਕੋਈ ਬੋਡੀ 80 'ਤੇ ਜਾ ਰਹੀ ਹੈ ਤਾਂ ਉਹਦੀ ਸਪੀਡ ਕਿੰਨੀ ਹੋਊਗੀ, 80 ਕਿਲੋਮੀਟਰ ਪਰ ਆਰ, ਮੀਨਸ ਉਹ 1 ਘੰਟੇ ਦੇ ਵਿੱਚ 80 ਕਿਲੋਮੀਟਰ ਜਾਂ 80 ਕਿਲੋਮੀਟਰ ਦੀ ਡਿਸਟੈਂਸ ਕੀ ਆ ਕਵਰ ਕਰੇਗਾ। ਤਾਂ ਸਪੀਡ ਮੈਜਰਮੈਂਟ ਕਰਨ ਲਈ ਕਿਹੜਾ ਇੰਸਟਰੂਮੈਂਟ ਵਰਤਿਆ, ਦੈਟ ਇਜ਼ ਆ ਸਪੀਡੋਮੀਟਰ। ਹੁਣ ਨਾਲ ਦੀ ਨਾਲ ਤੁਸੀਂ ਦੇਖਿਓ ਇਹਨਾਂ ਦੇ ਵਿੱਚ ਨਾ ਇੱਕ ਹੋਰ ਹੁੰਦੀ ਹੈ, ਇਹ ਉੱਪਰ ਇੱਥੇ ਡਿਸਟੈਂਸ ਨੰਬਰਿੰਗ ਆਉਂਦੀ ਹੁੰਦੀ ਹੈ ਦੋਨੋਂ ਦੇ ਵਿੱਚ, ਇੱਥੇ ਸੈਂਟਰ ਜਿਹੇ 'ਚ। ਤਾਂ ਇਹ ਛੋਟਾ ਜਿਹਾ ਇੱਕ ਮੀਟਰ ਹੈ, ਇਹਨੂੰ ਅਸੀਂ ਨੇਮ ਕੀ ਦਿੰਦੇ ਹਾਂ, ਦੈਟ ਇਜ਼ ਕਾਲਡ ਓਡੋਮੀਟਰ। ਇਹ ਬੜਾ ਕੁਐਸਚਨ ਪੁੱਛਿਆ ਜਾਂਦਾ ਪੇਪਰ ਦੇ ਵਿੱਚ, ਦੈਟ ਇਜ਼ ਕਾਲਡ ਓਡੋਮੀਟਰ। ਹੁਣ ਓਡੋਮੀਟਰ ਕਦ ਲਈ ਯੂਜ਼ ਹੁੰਦਾ ਹੈ ਵੀ ਕੋਈ ਵਹੀਕਲ ਕਿੰਨੀ ਡਿਸਟੈਂਸ ਮੂਵ ਕਰ ਗਿਆ, ਡਿਸਟੈਂਸ ਮੂਵ ਕਰਨ ਜਿਹੜਾ ਯੰਤਰ ਅਸੀਂ ਜਾਂ ਜੋ ਵੀ ਇੰਸਟਰੂਮੈਂਟ ਯੂਜ਼ ਕਰਦੇ ਹਾਂ ਦੈਟ ਇਜ਼ ਕਾਲਡ ਓਡੋਮੀਟਰ। ਤਾਂ ਇਹ ਵਾਲਾ ਕੀ ਹੈ, ਓਡੋਮੀਟਰ ਹੈ। ਯਾਦ ਰੱਖਣਾ ਹੈ ਸਪੀਡ ਮੈਜਰ ਕਰਨ ਲਈ ਸਪੀਡੋਮੀਟਰ ਐਂਡ ਡਿਸਟੈਂਸ ਨੂੰ ਮੈਜਰ ਕਰਨ ਲਈ ਜੋ ਸਾਡੇ ਵਹੀਕਲਸ ਦੇ ਵਿੱਚ ਫਿੱਟ ਕੀਤਾ ਹੁੰਦਾ ਦੈਟ ਇਜ਼ ਆ ਓਡੋਮੀਟਰ। ਸੋ ਪਿਆਰੇ ਵਿਦਿਆਰਥੀਓ, ਆਜੋ ਹੁਣ ਆਪਾਂ ਡਿਸਟੈਂਸ ਟਾਈਮ ਗ੍ਰਾਫ ਦੇ ਬਾਰੇ ਪੜ੍ਹਦੇ ਹਾਂ। ਡਿਸਟੈਂਸ ਟਾਈਮ ਗ੍ਰਾਫ ਕੀ ਹੁੰਦਾ ਹੈ, ਤਾਂ ਇਹਦੇ ਵਿੱਚ ਅਸੀਂ ਕੀ ਵੇਖਣਾ ਹੈ ਵੀ ਜਦੋਂ ਹੀ ਅਸੀਂ ਇਹ ਗ੍ਰਾਫ ਬਣਾਉਣਾ ਹੈ ਤਾਂ ਇੱਕ ਗੱਲ ਦਾ ਬੜਾ ਧਿਆਨ ਰੱਖਣਾ ਹੈ, ਜੋ ਧਿਆਨਯੋਗ ਗੱਲ ਹੈ ਉਹ ਇਹ ਹੈ ਵੀ ਟਾਈਮ ਨੂੰ ਹਮੇਸ਼ਾ ਅਸੀਂ ਐਕਸ ਦੇ ਅਕੋਰਡਿੰਗ ਲੈਣਾ ਹੈ, ਚਾਹੇ ਮਿੰਟਸ ਹੋਵੇ ਚਾਹੇ ਸੈਕਿੰਡ ਦੇ ਵਿੱਚ ਹੋਵੇ, ਅਤੇ ਜੋ ਡਿਸਟੈਂਸ ਕਵਰਡ ਹੈ ਦੈਟ ਇਜ਼ ਟੇਕਨ ਅਲੋਂਗ ਬਾਈ ਐਕਸਿਸ। ਤਾਂ ਇਹ ਬੜਾ ਧਿਆਨ ਰੱਖਣਾ ਹੈ, ਯੂਨਿਟਸ ਦੇ ਅਨੁਸਾਰ ਅਸੀਂ ਗ੍ਰਾਫ ਬਣਾਉਣਾ ਹੈ। ਜਿਸ ਤਰ੍ਹਾਂ ਅਸੀਂ ਪਹਿਲਾਂ ਆਮ ਬਣਾਉਂਦੇ ਰਹੇ ਹਾਂ ਮੈਥਮੈਟਿਕਸ ਦੇ ਵਿੱਚ ਅਸੀਂ ਗ੍ਰਾਫ ਡਰਾ ਕਰਦੇ ਹਾਂ, ਉਸ ਵੇ ਨਾਲ ਇਹ ਗ੍ਰਾਫ ਕੀ ਡਰਾ ਕਰਨਾ ਹੈ। ਤਾਂ ਹੁਣ ਤੁਸੀਂ ਇਸ ਗ੍ਰਾਫ ਦੇ ਇਹ 3 ਟਾਈਪਸ ਦੇ ਮੋਸ਼ਨ ਦੇ ਤਰ੍ਹਾਂ ਦੇ ਗ੍ਰਾਫ ਹੁੰਦੇ ਨੇ, ਤਾਂ ਉਹ ਤਿੰਨੋਂ ਟਾਈਪਸ ਨੂੰ ਤੁਸੀਂ ਲਰਨ ਕਰਨਾ ਹੈ। ਹੁਣ ਫਸਟ ਦੇ ਵਿੱਚ ਅਸੀਂ ਦੇਖਦੇ ਹਾਂ ਇਹ ਵਾਲੇ ਜੋ ਗ੍ਰਾਫ ਹੈ ਇਹ ਸਟਰੇਟ ਲਾਈਨ ਹੈ, ਇਹ ਗ੍ਰਾਫ ਵੀ ਸਟਰੇਟ ਲਾਈਨ ਹੈ। ਤਾਂ ਅੱਗੇ ਜਾ ਕੇ ਦੇਖਦੇ ਹਾਂ, ਦੇਖੋ ਇਹ ਗ੍ਰਾਫ ਵੀ ਕੀ ਹੈ ਜੀ, ਸਟਰੇਟ ਲਾਈਨ ਹੈ। ਹੁਣ ਜੇਕਰ ਕੋਈ ਗ੍ਰਾਫ ਸਟਰੇਟ ਲਾਈਨ ਬਣੇ ਤਾਂ ਉਸ ਤੋਂ ਸਾਨੂੰ ਮੋਸ਼ਨ ਪਤਾ ਲੱਗ ਜਾਂਦਾ ਵੀ ਉਸ ਸਬਜੈਕਟ ਦੀ ਮੋਸ਼ਨ ਕਿਸ ਟਾਈਪ ਦੀ, ਆਬਜੈਕਟ ਕਿਸ ਮੋਸ਼ਨ ਦੇ ਵਿੱਚ ਮੂਵ ਕਰ ਰਿਹਾ ਹੈ। ਜਦੋਂ ਗ੍ਰਾਫ ਸਟਰੇਟ ਲਾਈਨ ਹੈ ਤਾਂ ਮੋਸ਼ਨ ਕੀ ਹੋਊਗੀ ਸਾਡੀ ਜੀ, ਯੂਨੀਫਾਰਮ। ਤਾਂ ਉਹ ਬੋਡੀ ਯੂਨੀਫਾਰਮ ਮੋਸ਼ਨ ਦੇ ਵਿੱਚ ਮੂਵ ਕਰ ਰਹੀ ਹੈ, ਮੀਨਜ਼ ਕੌਨਸਟੈਂਟ ਸਪੀਡ ਨਾਲ ਕੀ ਹੈ ਮੂਵ ਕਰ ਰਹੀ ਹੈ। ਹੁਣ ਉਸ ਤੋਂ ਬਾਅਦ ਜੇ ਕੋਈ ਬੋਡੀ ਨੋਨ ਯੂਨੀਫਾਰਮ ਮੋਸ਼ਨ ਦੇ ਵਿੱਚ ਕਹਿੰਦੇ ਨੇ ਜੀ ਮੂਵ ਕਰ ਰਹੀ ਹੈ ਤਾਂ ਉਸ ਦਾ ਗ੍ਰਾਫ ਕਿਸ ਵੇ ਦਾ ਬਣੇਗਾ, ਆਪਾਂ ਤੁਹਾਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਲੁੱਕ ਐਟ ਦਿਸ, ਜੇ ਇਸ ਵੇ ਨਾਲ ਗ੍ਰਾਫ ਬਣਿਆ ਹੈ, ਦੇਖੋ ਇਹ ਸਟਰੇਟ ਲਾਈਨ ਨਹੀਂ ਹੈਗਾ, ਇੱਕ ਕਰਵ ਦੀ ਤਰ੍ਹਾਂ ਹੈ,
ਤਾਂ ਇਸ ਟਾਈਪ ਦੇ ਗ੍ਰਾਫ ਲਈ ਅਸੀਂ ਕਿਹੜੀ ਮੋਸ਼ਨ ਹੋਊਗੀ, ਨॉन यूनिफॉर्म। ਕਿਹੜੀ ਮੋਸ਼ਨ ਹੋਊਗੀ ਇਹ, ਨॉन यूनिफॉर्म ਮੋਸ਼ਨ। ਇਸੇ ਤਰ੍ਹਾਂ ਹੀ ਜੇ ਗ੍ਰਾਫ ਉੱਪਰੋਂ ਕਰਵ ਬਣ ਜੇ ਇਸ ਤਰ੍ਹਾਂ ਤਾਂ ਵੀ ਕੈਨ ਸੇ ਦਿਸ ਮੋਸ਼ਨ ਇਜ਼ ਅ ਨॉन यूनिफॉर्म। ਇਹ ਮੋਸ਼ਨ ਵੀ ਕੀ ਹੋਵੇਗੀ, ਨॉन यूनिफॉर्म ਹੋਵੇਗੀ। ਮੇਨ ਜਿਹਦੀ ਸਪੀਡ ਹੈ ਜੋ ਕੌਨਸਟੈਂਟ ਨਹੀਂ ਹੋਵੇਗੀ। ਇਸੇ ਤਰ੍ਹਾਂ ਜੇ ਅਸੀਂ ਇਸ ਤਰ੍ਹਾਂ ਦੇ ਗ੍ਰਾਫ ਦੀ ਗੱਲ ਕਰਦੇ ਹਾਂ ਤਾਂ ਇਹ ਵੀ ਗ੍ਰਾਫ ਕਿਹਦਾ ਹੋਵੇਗਾ, ਨॉन यूनिफॉर्म ਮੋਸ਼ਨ ਲਈ। ਤਾਂ ਇਸ ਦੇ ਉਲਟ ਜੇਕਰ ਗ੍ਰਾਫ ਅਸੀਂ ਦੇਖੀਏ ਕੋਈ ਬੋਡੀ ਰੈਸਟ ਦੇ ਵਿੱਚ ਹੈ ਤਾਂ ਉਸ ਦਾ ਗ੍ਰਾਫ ਕਿਸ ਤਰ੍ਹਾਂ ਬਣੇਗਾ, ਉਸ ਦਾ ਗ੍ਰਾਫ ਇਸ ਤਰ੍ਹਾਂ ਬਣੇਗਾ ਬਿਲਕੁਲ, ਦੈਟ ਇਜ਼ ਪੈਰਲਲ ਟੂ ਟਾਈਮ ਐਕਸਿਸ। ਇਹ ਦੋਨੋਂ ਟਾਈਮ ਐਂਡ ਗ੍ਰਾਫ ਤੇ ਟਾਈਮ ਦੋਨੋਂ ਇੱਕ ਦੂਜੇ ਦੇ ਕੀ ਹੋਣਗੇ, ਪੈਰਲਲ ਹੋਣਗੇ। ਤਾਂ ਇਸ ਤਰ੍ਹਾਂ ਦਾ ਜੋ ਗ੍ਰਾਫ ਬਣ ਰਿਹਾ ਹੈ ਇਹ ਕਿਹੜੀ ਮੋਸ਼ਨ ਨੂੰ ਰਿਪਰੈਜ਼ੈਂਟ ਕਰਦਾ ਹੈ, ਜਦੋਂ ਕੋਈ ਬੋਡੀ ਸਾਡੀ ਕੀ ਹੁੰਦੀ ਹੈ, ਰੈਸਟ ਦੇ ਵਿੱਚ ਹੁੰਦੀ ਹੈ, ਕੋਈ ਬੋਡੀ ਮੂਵ ਨਹੀਂ ਕਰਦੀ, ਤਾਂ ਇਸ ਟਾਈਪ ਦਾ ਗ੍ਰਾਫ ਬਣਦਾ ਹੈ ਬਿਲਕੁਲ ਸਟ੍ਰੇਟ ਲਾਈਨ ਪੈਰਲਲ ਟੂ ਐਕਸ ਐਕਸਸ। ਸੋ ਤਿੰਨੋਂ ਟਾਈਪ ਦੇ ਗ੍ਰਾਫਸ ਨੇ, ਇਹ ਤੁਸੀਂ ਲਰਨ ਕਰਨੇ ਹੈ, ਡਰਾ ਕਰਨੇ ਸਿੱਖਣੇ ਹੈ। ਆਈ ਹੋਪ ਯੂ ਵਿਲ ਅੰਡਰਸਟੈਂਡ ਦਿਸ, ਅਤੇ ਤੁਹਾਨੂੰ ਇਹ ਸਮਝ ਵੀ ਆਇਆ ਹੋਊਗਾ। ਤਾਂ ਅੱਗੇ ਇਸ ਦੇ ਮੈਂ ਕੁਐਸਚਨ ਆਨਸਰ ਭੇਜਾਂਗਾ, ਉਹਨਾਂ ਨੂੰ ਤੁਸੀਂ ਕਾਪੀਆਂ 'ਤੇ ਕਰ ਲੈਣਾ ਹੈ ਅਤੇ ਇਸ ਨੂੰ ਚੈਪਟਰ ਨੂੰ ਦੁਬਾਰਾ ਆਪਣੀ ਸੈਲਫ ਸਟੱਡੀ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਧੰਨਵਾਦ।